Hello guys, welcome back on my YouTube channel. My name is Harpreet Singh and you are watching Commerce EduTech. Today we are going to discuss a new topic from Plus 2 Business Studies and the topic is Economic Environment in India. ਦੇਖੋ ਬਿਜ਼ਨਸ ਇਨਵਾਇਰਨਮੈਂਟ ਦੇ ਟੌਪਿਕ ਚੈਪਟਰ ਦੇ ਵਿੱਚੋਂ ਟੌਪਿਕ ਹੈ ਇਹ ਕਿ ਇਕਨੋਮਿਕ ਇਨਵਾਇਰਨਮੈਂਟ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਹੈ। ਇਸ ਦਾ ਅੱਜ ਆਪਾਂ ਫਸਟ ਪਾਰਟ ਡਿਸਕਸ ਕਰਾਂਗੇ। ਸੋ ਲੈਟਸ ਸਟਾਰਟ ਦਾ ਟੌਪਿਕ। ਇਕਨੋਮਿਕ ਇਨਵਾਇਰਨਮੈਂਟ ਹੈ ਕੀ, ਇਸ ਨੂੰ ਅਸੀਂ ਡਾਇਮੈਂਸ਼ਨਸ ਦੇ ਅੰਦਰ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਇਕਨੋਮਿਕ ਇਨਵਾਇਰਨਮੈਂਟ ਕੰਸਿਸਟ ਆਫ, ਕਿਸ ਨੂੰ ਕਿਹਾ ਜਾਂਦਾ ਹੈ, ਇਕਨੋਮਿਕ ਸਿਸਟਮ, ਇਕਨੋਮਿਕ ਪੋਲਿਸੀਜ਼ ਐਂਡ ਇਕਨੋਮਿਕ ਕੰਡੀਸ਼ਨਸ। ਦੇਖੋ ਇਕਨੋਮਿਕ ਦਾ ਕੀ ਮਤਲਬ, ਜਿਹੜੀ ਚੀਜ਼ ਪੈਸੇ ਮਨੀ ਦੇ ਨਾਲ ਰਿਲੇਟਡ ਹੈ, ਸਾਡੀਆਂ ਮੋਨੀਟਰੀ ਪੋਲਿਸੀਜ਼ ਇਹਦੇ ਅੰਦਰ ਆ ਜਾਣਗੀਆਂ ਸਾਰੀਆਂ, ਸਾਡਾ ਉਹ ਸਿਸਟਮ ਇਹਦੇ ਅੰਦਰ ਆ ਜਾਂਦਾ ਸਾਰਾ, ਔਰ ਸਾਡੀਆਂ ਇਕਨੋਮਿਕ ਕੰਡੀਸ਼ਨਸ ਇਹਦੇ ਅੰਦਰ ਆ ਜਾਂਦੀਆਂ ਪ੍ਰੀਵੇਲਿੰਗ ਇਨ ਦ ਕੰਟਰੀ। In this context, the analysis of economic environment in India has been done below ਕਿ ਅਸੀਂ ਉਸ ਨੂੰ ਐਨਾਲਿਸਿਸ ਕਿਵੇਂ ਕਰਦੇ ਹਾਂ ਕਿ ਸਾਡਾ ਇਕਨੋਮਿਕ ਇਨਵਾਇਰਨਮੈਂਟ ਕਿਸ ਤਰ੍ਹਾਂ ਦਾ ਹੈ। ਸਭ ਤੋਂ ਪਹਿਲਾਂ ਜਦੋਂ ਅਸੀਂ ਇਸ ਦੀ ਸਟੱਡੀ ਕਰਦੇ ਹਾਂ ਤਾਂ ਕਿਹੜੇ ਕਿਹੜੇ ਕੀ ਐਲੀਮੈਂਟ ਹੋਣਗੇ ਜਿਨ੍ਹਾਂ ਦੀ ਅਸੀਂ ਸਟੱਡੀ ਕਰਦੇ ਹਾਂ, ਇੰਪੋਰਟੈਂਟ ਆਸਪੈਕਟ ਕੀ ਹੈ ਇਕਨੋਮਿਕ ਇਨਵਾਇਰਨਮੈਂਟ ਦਾ, ਸਪੈਸ਼ਲੀ ਇਨ ਇੰਡੀਆ। ਸਟੇਜ ਆਫ ਇਕਨੋਮਿਕ ਡਿਵੈਲਪਮੈਂਟ, ਕਿ ਅਗਰ ਅਸੀਂ ਗੱਲ ਕਰੀਏ ਕਿਸੇ ਕੰਟਰੀ ਦੀ ਇਕਨੋਮਿਕ ਸਟਰਕਚਰ ਦੇ ਬਾਰੇ ਅਸੀਂ ਸਟੱਡੀ ਕਰ ਰਹੇ ਹਾਂ, ਪੂਰੀ ਦੀ ਪੂਰੀ ਇਕਨੋਮਿਕ ਇਨਵਾਇਰਨਮੈਂਟ ਦੀ ਸਟੱਡੀ ਕਰ ਰਹੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣੀ ਪੈਂਦੀ ਹੈ ਕਿ ਉਹਦੀ ਜੋ ਇਕਨੋਮਿਕ ਗਰੋਥ ਹੈ ਉਹਦੀ ਸਟੇਜ ਕਿਹੜੀ ਆ। ਠੀਕ ਹੈ, ਜਿਵੇਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਅਨ ਇਕੋਨਮੀ ਇਜ਼ ਅ ਡਿਵੈਲਪਿੰਗ ਇਕੋਨਮੀ। ਜਿਵੇਂ ਅਸੀਂ ਜਾਪਾਨ ਦੀ ਗੱਲ ਕਰੀਏ ਤਾਂ ਡਿਵੈਲਪਡ ਕੰਟਰੀਜ਼ ਨੇ ਉਹ, ਅਸੀਂ USA ਦੀ ਗੱਲ ਕਰੀਏ ਅਮਰੀਕਾ ਦੀ ਤਾਂ ਉਹ ਡਿਵੈਲਪਡ ਕੰਟਰੀਜ਼ ਨੇ। ਲੇਕਿਨ ਸਾਡੀ ਕੰਟਰੀ ਕੀ ਹੈ, ਡਿਵੈਲਪਿੰਗ ਕੰਟਰੀ ਹੈ, ਡਿਵੈਲਪ ਕਰ ਰਹੀ ਹੈ। ਚਾਈਨਾ ਇਜ਼ ਅ ਡਿਵੈਲਪਡ ਕੰਟਰੀ, ਲੇਕਿਨ ਸਾਡੀ ਡਿਵੈਲਪਿੰਗ ਕੰਟਰੀ ਹੈ, ਸਾਡੀ ਡਿਵੈਲਪਿੰਗ ਇਕੋਨਮੀ ਹੈ। ਸੋ ਦੇਰ ਆਰ ਸੈਵਰਲ ਓਪਰਚੁਨਿਟੀਜ਼ ਫॉर ਗਰੋਥ। ਜਿੱਥੇ ਡਿਵੈਲਪਿੰਗ ਹੋਵੇ ਉੱਥੇ ਗਰੋਥ ਦੇ ਬਹੁਤ ਚਾਂਸਸ ਹੁੰਦੇ ਆ, ਐਕਸਪੈਂਸ਼ਨ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਬਿਜ਼ਨਸ ਹਾਊਸਿਸ ਦੇ ਲਈ ਵੀ, ਔਰ ਅਸੀਂ ਅਗਰ ਇੰਡੀਵਿਜੂਅਲ ਲੈਵਲ 'ਤੇ ਗੱਲ ਕਰੀਏ ਤਾਂ ਸਾਡੀ ਪੋਪੂਲੇਸ਼ਨ, ਸਾਡੀ ਯੰਗਸਟਰਸ ਦੇ ਲਈ ਵੀ ਬਹੁਤ ਓਪਰਚੁਨਿਟੀਜ਼ ਹੁੰਦੀਆਂ ਨੇ। ਨੈਕਸਟ, ਸਾਡਾ ਸਟਰਕਚਰ ਕਿਸ ਤਰ੍ਹਾਂ ਦਾ ਹੈ। ਇਕਨੋਮੀ, ਜਿਹੜੀ ਸਾਡੀ ਇਕੋਨਮੀ ਹੈ, ਮੇ ਬੀ ਇਹਦਾ ਸਟਰਕਚਰ ਕੈਪੀਟਲਿਸਟਿਕ ਹੋ ਸਕਦਾ ਹੈ। ਕੈਪੀਟਲਿਸਟਿਕ ਦਾ ਮਤਲਬ ਕੀ ਹੈ ਕਿ ਟੋਟਲ ਪ੍ਰਾਈਵੇਟ ਸੈਕਟਰ ਡੋਮੀਨੇਟ ਕਰੂਗਾ ਇਸ ਨੂੰ, ਕਿ ਸਾਰੇ ਦਾ ਸਾਰਾ ਸੈਕਟਰ ਕੀ ਹੈ, ਪ੍ਰਾਈਵੇਟ ਹੈ। ਜਾਂ ਸੋਸ਼ਲਿਸਟਿਕ ਹੋ ਸਕਦਾ ਹੈ। ਸੋਸ਼ਲਿਸਟਿਕ ਦਾ ਮਤਲਬ ਕਿ ਉਹ ਟੋਟਲ ਹੀ ਗਵਰਨਮੈਂਟ ਦੇ ਅੰਡਰ ਹੈ। ਐਂਡ ਮਿਕਸਡ ਇਕੋਨਮੀ ਹੋ ਸਕਦੀ ਆ। ਮਿਕਸ ਦਾ ਮਤਲਬ ਕਿ ਜਿੱਥੇ ਪ੍ਰਾਈਵੇਟ ਅਤੇ ਗਵਰਨਮੈਂਟ ਦੋਨੋਂ ਮਿਕਸ ਹੋ ਕੇ ਉਹਨੂੰ ਕੰਟਰੋਲ ਕਰ ਰਹੇ ਆ। ਬਿਫੋਰ 91 ਤੋਂ ਪਹਿਲਾਂ ਕੀ ਸੀ ਕਿ ਡੋਮੀਨੈਂਟ ਰੋਲ ਕਿਹਦਾ ਸੀਗਾ, ਪਬਲਿਕ ਸੈਕਟਰ ਦਾ ਜ਼ਿਆਦਾ ਸੀ, ਮਤਲਬ ਗਵਰਨਮੈਂਟ ਸੈਕਟਰ ਦਾ ਜ਼ਿਆਦਾ ਸੀ। ਲੇਕਿਨ 91 ਦੀ ਪੋਲਿਸੀ ਤੋਂ ਬਾਅਦ ਕੀ ਹੋ ਗਿਆ ਕਿ ਪ੍ਰਾਈਵੇਟ ਸੈਕਟਰ ਨੂੰ ਇੰਟਰੋਡਿਊਸ ਕਰ ਦਿੱਤਾ ਗਿਆ, ਔਰ ਜੋ ਗਵਰਨਮੈਂਟ ਸੈਕਟਰ ਹੈ ਉਸ ਦਾ ਪਾਰਟ ਰਿਡਿਊਸ ਕਰ ਦਿੱਤਾ ਗਿਆ। ਔਰ ਇਹ ਕਿਉਂ ਕੀਤਾ ਗਿਆ, ਕਿਉਂਕਿ ਪ੍ਰਾਈਵੇਟ ਸੈਕਟਰ ਦੇ ਕੋਲ ਪੈਸੇ ਵੀ ਜ਼ਿਆਦਾ ਹੈ, ਟਾਈਮ ਵੀ ਜ਼ਿਆਦਾ ਹੈ, ਗਵਰਨਮੈਂਟ ਦੇ ਕੋਲ ਹੋਰ ਬਹੁਤ ਕੰਮ ਨੇ ਕਿ ਉਹਨਾਂ ਨੇ ਉਹ ਕਰਨੇ ਸੀ। ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਕੰਟਰੋਲ ਹੈ ਉਹ ਕਾਫੀ ਐਕਟੀਵਿਟੀਜ਼ ਦੇ ਵਿੱਚੋਂ ਘਟਾ ਲਿਆ ਅਤੇ ਪ੍ਰਾਈਵੇਟ ਸੈਕਟਰ ਨੂੰ ਅੱਗੇ ਲੈ ਆਂਦਾ। ਇਹਦੇ ਨਾਲ ਜੋ ਡਿਵੈਲਪਮੈਂਟ ਹੈ ਕੰਟਰੀ ਦੀ ਉਹ ਤੇਜ਼ ਹੋ ਗਈ। ਨੈਕਸਟ ਹੈ ਪੋਲਿਸੀਜ਼। ਇਟ ਹੈਜ਼ 2 ਪਾਰਟ। ਹੁਣ ਪੋਲਿਸੀਜ਼ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ, ਕਿਹੜੀਆਂ ਕਿਹੜੀਆਂ ਪੋਲਿਸੀਜ਼ ਸਾਡੀ ਕੰਟਰੀ 'ਚ ਯੂਜ਼ ਕੀਤੀਆਂ ਜਾਂਦੀਆਂ। ਵਨ ਇਜ਼ ਮੋਨੀਟਰੀ ਪੋਲਿਸੀ ਐਂਡ ਸੈਕੰਡ ਇਜ਼ ਫਿਸਕਲ ਪੋਲਿਸੀ। ਹੁਣ ਮੋਨੀਟਰੀ ਪੋਲਿਸੀ ਤਾਂ ਦੇਖੋ ਮਨੀ ਨਾਲ ਰਿਲੇਟਡ ਹੈ, ਤਾਂ ਮਨੀ ਸਾਰਾ ਕੌਣ ਕੰਟਰੋਲ ਕਰਦਾ ਹੈ, RBI ਕੰਟਰੋਲ ਕਰਦੀ ਹੈ। ਇਸ ਕਰਕੇ ਜੋ ਮੋਨੀਟਰੀ ਪੋਲਿਸੀਜ਼ ਨੇ ਇਹ ਫਾਰਮੂਲੇਟ ਕੀਤੀਆਂ ਜਾਂਦੀਆਂ ਬਾਏ ਦਾ RBI ਐਂਡ ਦਾ ਫਿਸਕਲ ਪੋਲਿਸੀ ਇਜ਼ ਫਾਰਮੂਲੇਟ ਬਾਏ ਦਾ ਗਵਰਨਮੈਂਟ। ਇਹ ਸਾਡੀ ਮਿਨਿਸਟਰੀ ਇਸ ਨੂੰ ਕੰਟਰੋਲ ਕਰਦੀ ਆ, ਜਿਹਦੇ ਵਿੱਚ ਅਸੀਂ ਕੀ ਦੇਖਣਾ ਕਿ ਕੰਟਰੋਲ ਆਫ ਰੈਵਨਿਊ, ਮਤਲਬ ਕਿ ਉਹਦਾ ਰੈਵਨਿਊ ਦਾ ਕੰਟਰੋਲ ਦੇਖਿਆ ਜਾਂਦਾ ਕਿ ਉਸ ਦੀ ਕਲੈਕਸ਼ਨ ਕਿੱਥੋਂ ਕਰਨੀ ਹੈ, ਕਿਹੜੇ ਸੋਰਸਿਸ ਤੋਂ ਕਰਨੀ ਹੈ, ਅਤੇ ਉਸ ਨੂੰ ਅਸੀਂ ਖਰਚਣਾ ਕਿੱਥੇ ਆ ਫॉर ਦਾ ਵੈਲਫੇਅਰ ਆਫ ਦਾ ਨੇਸ਼ਨ। ਉਹਦੀ ਡਿਵੈਲਪਮੈਂਟ ਦੇ ਵਾਸਤੇ ਅਸੀਂ ਕਿੱਥੇ ਖਰਚਣਾ। ਦੇਖੋ ਪ੍ਰੋਕਿਉਰਮੈਂਟ ਆਫ ਦਾ ਫੰਡ, ਪ੍ਰੋਕਿਉਰਮੈਂਟ ਦਾ ਮਤਲਬ ਇਕੱਠੇ ਕਰਨੇ, ਤਾਂ ਅਸੀਂ ਉਹ ਫੰਡ ਇਕੱਠੇ ਕਿੱਥੋਂ ਕਰਨੇ ਆ ਅਤੇ ਅਸੀਂ ਉਸ ਦੀ ਐਪਲੀਕੇਸ਼ਨ ਕਿੱਥੇ ਲੈਣੀ ਹੈ, ਉਸ ਨੂੰ ਅਸੀਂ ਅਪਲਾਈ ਕਿੱਥੇ ਕਰਨਾ। ਦਿਸ ਇਜ਼ ਵਟ ਵੀ ਕਾਲਡ ਕੰਟਰੋਲ। ਇਹ ਕੰਟਰੋਲਿੰਗ ਫੰਕਸ਼ਨ ਹੈ।
ਤੇ ਇਹਦਾ ਮਤਲਬ ਫਿਸਕਲ ਪਾਲਿਸੀ ਜੋ ਹੈ ਇਹ ਕੀ ਆ, ਰੈਵਨਿਊ ਨੂੰ ਕੰਟਰੋਲ ਕਰਦੀ ਹੈ ਕਿ ਲੈ ਕੇ ਕਿੱਥੋਂ ਆਉਣਾ ਹੈ ਤੇ ਖਰਚਣਾ ਕਿੱਥੇ ਹੈ। ਔਰ ਮੋਨੀਟਰੀ ਪਾਲਿਸੀ ਸਿਰਫ ਮਨੀ ਨਾਲ ਰਿਲੇਟਡ ਹੈ ਜੋ ਕਿ RBI ਦੁਆਰਾ ਡਿਸਾਈਡ ਕੀਤੀ ਜਾਂਦੀ ਹੈ। ਨੈਕਸਟ ਹੈ ਇਕਨੋਮਿਕ ਪਲੈਨਿੰਗ। ਹੁਣ ਇਕਨੋਮਿਕ ਪਲੈਨਿੰਗ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੀ ਹੈ, ਇੱਥੇ ਐਨੂਅਲ ਪਲਾਨ ਵੀ ਕੀਤੇ ਜਾਂਦੇ ਆ, ਕੁਝ ਗਰੋਥ ਪਲਾਨ ਵੀ ਕੀਤੇ ਜਾਂਦੇ ਆ, ਸ਼ਾਰਟ ਟਰਮ ਵੀ ਹੈ, ਲੌਂਗ ਟਰਮ ਵੀ ਹੈ, ਕੁਝ 5 ਈਅਰ ਪਲਾਨ ਵੀ ਹੈਗੇ ਆ। ਇਹ ਯੂਜ਼ ਕੀਤੇ ਜਾਂਦੇ ਆ ਸਾਡੀ ਡਿਵੈਲਪਮੈਂਟ ਦੇ ਲਈ। ਇਨਫਰਾਸਟਰਕਚਰ ਕਿਸ ਤਰ੍ਹਾਂ ਦਾ ਹੈ, ਅਸੀਂ ਇਹਦੀ ਵੀ ਸਟੱਡੀ ਕਰਾਂਗੇ। ਅਵੇਲੇਬਿਲਿਟੀ ਆਫ ਐਡਿਕੁਏਟ ਇਨਫਰਾਸਟਰਕਚਰ ਇਜ਼ ਨੈਸੈਸਰੀ ਫॉर द ਪ੍ਰੋਪਰ ਐਗਜ਼ੀਕਿਊਸ਼ਨ ਆਫ ਡਿਵੈਲਪਮੈਂਟ ਪਲਾਨਸ। ਤੁਸੀਂ ਪਲੈਨਿੰਗ ਤਾਂ ਜਿੰਨੀ ਮਰਜ਼ੀ ਵਧੀਆ ਯੂਜ਼ ਕਰ ਲਓ, ਕਿੰਨੀ ਮਰਜ਼ੀ ਵਧੀਆ ਐਡਿਕੁਏਟ ਪਲੈਨਿੰਗ ਤੁਸੀਂ ਡਿਸੀਜ਼ਨ ਲੈ ਲੇ, ਡਿਸਾਈਡ ਕਰ ਲਈ, ਲੇਕਿਨ ਉਹਦੀ ਸਹੀ ਤਰੀਕੇ ਦੇ ਨਾਲ ਉਹ ਪਲੈਨਿੰਗ ਉਦੋਂ ਹੀ ਆਪਣੇ ਟਾਰਗੇਟ ਨੂੰ ਅਚੀਵ ਕਰੂਗੀ ਜਦੋਂ ਸਾਨੂੰ ਉਹਦੇ ਲਈ ਪ੍ਰੋਪਰ ਇਨਫਰਾਸਟਰਕਚਰ ਵੀ ਮੌਜੂਦ ਹੋਣਗੇ। ਅਸੀਂ ਫਿਜ਼ੀਕਲ ਤੇ ਮੋਨੀਟਰੀ ਦੋਨੋਂ ਇਨਫਰਾਸਟਰਕਚਰ ਦੀ ਗੱਲ ਕਰਦੇ ਹਾਂ ਇੱਥੇ। ਇਕਨੋਮਿਕ ਇਨਫਰਾਸਟਰਕਚਰ ਦੀ ਵੀ ਗੱਲ ਕਰਾਂਗੇ ਤੇ ਅਸੀਂ ਫਿਜ਼ੀਕਲ ਇਨਫਰਾਸਟਰਕਚਰ ਦੀ ਵੀ ਗੱਲ ਕਰਾਂਗੇ। ਸਾਡੇ ਕੋਲ ਦੋਨੋਂ ਹੋਣੇ ਚਾਹੀਦੇ ਆ ਔਰ ਦੋਨੋਂ ਸਾਊਂਡ ਹੋਣੇ ਚਾਹੀਦੇ ਆ, ਤਾਂ ਹੀ ਸਾਡੇ ਪਲਾਨ ਅਚੀਵ ਹੋਣਗੇ, ਤਾਂ ਹੀ ਸਾਡੇ ਗੋਲ ਅਚੀਵ ਹੋਣਗੇ। ਇਕਨੋਮਿਕ ਇੰਡੀਕੇਟਰਸ ਦੀ ਵੀ ਅਸੀਂ ਸਟੱਡੀ ਕਰਦੇ ਹਾਂ। ਇਕਨੋਮਿਕ ਇੰਡੀਕੇਟਰ ਦਾ ਮਤਲਬ ਜੋ ਇਹ ਸ਼ੋ ਕਰਦੇ ਆ ਕਿ ਸਾਡੀ ਜੋ ਇਕਨੋਮੀ ਹੈ ਉਹ ਡਾਊਨਫਾਲ ਹੋ ਰਹੀ ਹੈ ਜਾਂ ਉਸਦੀ ਗਰੋਥ ਹੋ ਰਹੀ ਹੈ, ਉਹਦਾ ਟ੍ਰੈਂਡ ਕੀ ਹੈ। ਅਸੀਂ ਇਹ ਟ੍ਰੈਂਡਸ ਨੂੰ ਸਟੱਡੀ ਕਰਦੇ ਹਾਂ ਤਾਂ ਉਹ ਕਿਵੇਂ ਹੋਣਗੇ, ਇਹ ਹੋਊਗਾ ਬੈਲੈਂਸ ਆਫ ਪੇਮੈਂਟ ਤੋਂ। ਮਤਲਬ ਅਸੀਂ ਰਿਸੀਵ ਕਿੰਨਾ ਕਰਦੇ ਹਾਂ, ਅਸੀਂ ਪੇ ਕਿੰਨਾ ਕਰਦੇ ਹਾਂ, ਉਹਦਾ ਬੈਲੈਂਸ ਚੈੱਕ ਕਰਨਾ ਹੋਏਗਾ। ਬੈਲੈਂਸ ਆਫ ਟ੍ਰੇਡ ਤੋਂ, ਕਿ ਅਸੀਂ ਇੰਪੋਰਟ ਵੀ ਕਰਦੇ ਹਾਂ, ਅਸੀਂ ਐਕਸਪੋਰਟ ਵੀ ਕਰਦੇ ਹਾਂ, ਕਿਹੜਾ ਜ਼ਿਆਦਾ ਕਰਦੇ ਹਾਂ, ਉਹਦਾ ਬੈਲੈਂਸ ਹੋਣਾ ਜ਼ਰੂਰੀ ਹੈ। ਫੋਰਨ ਐਕਸਚੇਂਜ ਰਿਜ਼ਰਵ ਦੀ ਗੱਲ ਕਰਦੇ ਹਾਂ ਅਸੀਂ, ਕਿ ਸਾਡੇ ਕੋਲ ਜਿਹੜੇ ਫੋਰਨ ਐਕਸਚੇਂਜ ਦੇ ਰਿਜ਼ਰਵਸ ਨੇ ਉਹ ਸਾਡੇ ਕੋਲ ਐਡਿਕੁਏਟ ਹੋਣੇ ਚਾਹੀਦੇ ਆ। ਉਹ ਵੀ ਸਾਡਾ ਇੱਕ ਇਸ ਚੀਜ਼ ਨੂੰ ਦੇਖੂਗਾ, ਸਾਡਾ ਟ੍ਰੈਂਡ ਐਨਾਲਿਸਿਸ ਦੇਖੂਗਾ, ਉਹ ਵੀ ਇੱਕ ਤਰ੍ਹਾਂ ਦਾ। ਉਸ ਤੋਂ ਬਾਅਦ ਅਸੀਂ ਲੋਕਾਂ ਦੀ ਸੇਵਿੰਗ ਹੈਬਿਟਸ ਦੇਖਣੀਆਂ ਨੇ, ਸਾਡਾ ਇਨਵੈਸਟਮੈਂਟ ਰੇਟ ਦੇਖਣਾ ਕਿ ਅਸੀਂ ਸੇਵਿੰਗ ਕਿੰਨੀ ਕਰਦੇ ਹਾਂ, ਕਿਆ ਉਹ ਸਾਰਾ ਪੈਸਾ ਇਨਵੈਸਟ ਹੋ ਰਿਹਾ। ਨੈਸ਼ਨਲ ਇਨਕਮ ਨੂੰ ਧਿਆਨ 'ਚ ਰੱਖਿਆ ਜਾਏਗਾ, ਪਰ ਕੈਪੀਟਾ ਇਨਕਮ ਨੂੰ ਧਿਆਨ 'ਚ ਰੱਖਿਆ ਜਾਏਗਾ। ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਸ ਨੂੰ ਕਿ ਅੱਜ ਕੱਲ੍ਹ ਮੇਕ ਇਨ ਇੰਡੀਆ ਕਿਹਾ ਜਾਂਦਾ ਹੈ, ਇਸ ਨੂੰ ਵੀ ਧਿਆਨ ਰੱਖਿਆ ਜਾਏਗਾ ਕਿ ਸਾਰੀਆਂ ਚੀਜ਼ਾਂ ਹੀ ਸਾਡੇ ਇਕਨੋਮਿਕ ਇੰਡੀਕੇਟਰ ਨੇ। ਅਗਰ ਇਹ ਚੀਜ਼ਾਂ ਪੋਜ਼ਿਟਿਵ ਚੱਲ ਰਹੀਆਂ ਨੇ, ਵਧੀਆ ਚੱਲ ਰਹੀਆਂ ਨੇ, ਅਪਵਰਡ ਟ੍ਰੈਂਡ 'ਚ ਹੈ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੀ ਇਕਨੋਮਿਕ ਗਰੋਥ ਹੋ ਰਹੀ ਹੈ। ਅਗਰ ਸਾਰੀਆਂ ਚੀਜ਼ਾਂ ਇਹ ਲੋ ਹੋ ਜਾਂਦੀਆਂ, ਨੈਗੇਟਿਵ ਹੋ ਜਾਂਦੀਆਂ ਨੇ, ਤਾਂ ਅਸੀਂ ਕਹਿ ਦਾਂਗੇ ਕਿ ਸਾਡੀ ਡਿਵੈਲਪਮੈਂਟ ਜਿਹੜੀ ਹੈ ਇਕਨੋਮਿਕ ਉਹ ਰੁਕੀ ਹੋਈ ਹੈ, ਉਹ ਡਾਊਨਫਾਲ 'ਚ ਜਾ ਰਹੀ ਹੈ। ਨੈਕਸਟ ਆ ਜਾਂਦਾ ਇਕਨੋਮਿਕ ਇਨਵਾਇਰਮੈਂਟ ਇਨ ਇੰਡੀਆ ਸਿੰਸ ਇੰਡੀਪੈਂਡੈਂਸ ਤੱਕ। ਇੰਡੀਪੈਂਡੈਂਸ ਤੱਕ ਸਾਡਾ ਜਿਹੜਾ ਇਕਨੋਮਿਕ ਇਨਵਾਇਰਮੈਂਟ ਆ ਉਹ ਕਿਸ ਤਰ੍ਹਾਂ ਦਾ ਸੀ। ਐਟ ਦਾ ਟਾਈਮ ਆਫ ਇੰਡੀਪੈਂਡੈਂਸ ਇਕਨੋਮਿਕ ਇਨਵਾਇਰਮੈਂਟ ਵਾਜ਼ ਨਾਟ ਸੋ ਇਨਕਰੇਜਿੰਗ। ਸਾਡਾ ਇਕਨੋਮਿਕ ਇਨਵਾਇਰਮੈਂਟ ਜਿਹੜਾ ਹੈ ਉਹ ਜ਼ਿਆਦਾ ਵਧੀਆ ਨਹੀਂ ਸੀ, ਜ਼ਿਆਦਾ ਇਨਕਰੇਜ ਕਰਨ ਵਾਲਾ ਨਹੀਂ ਸੀ। ਕੀ ਹੁੰਦਾ ਸੀ ਉਦੋਂ, ਫੋਰਨ ਗਵਰਨਮੈਂਟ ਜਿਹੜੀ ਹੈ ਉਹ ਪਰਸੂਡ ਕਰਦੀ ਸੀ ਪੋਲਿਸੀਜ਼ ਫॉर द ਡਿਵੈਲਪਮੈਂਟ ਆਫ देयर ਓਨ ਕੰਟਰੀ। ਉਹ ਸਾਰੀਆਂ ਪੋਲਿਸੀਜ਼ ਜੋ ਬਣਾਉਂਦੇ, ਪੈਸਾ ਸਾਡਾ ਯੂਜ਼ ਹੁੰਦਾ, ਇਨਫਰਾਸਟਰਕਚਰ ਸਾਡਾ ਯੂਜ਼ ਹੁੰਦਾ, ਮੈਨ ਪਾਵਰ ਸਾਡੀ ਯੂਜ਼ ਹੁੰਦੀ, ਲੇਕਿਨ ਡਿਵੈਲਪਮੈਂਟ ਕਿਹਦੀ ਕਰਦੇ ਉਹ, ਆਪਣੀ ਕੰਟਰੀ ਦੀ। ਦੇ ਡੋਂਟ ਮੇਕ ਐਨੀ ਕੰਟਰੀਬਿਊਸ਼ਨ ਇਨ ਇੰਡੀਅਨ ਇਕੋਨਮੀ। ਉਹ ਸਾਡੀ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਕੋਈ ਉਹਨਾਂ ਨੇ ਕੰਟਰੀਬਿਊਸ਼ਨ ਨਹੀਂ ਕੀਤਾ। ਜੋ ਇਨਫਰਾਸਟਰਕਚਰ ਬਣਾਇਆ ਉਹਨਾਂ ਨੇ ਆਪਣੀ ਕੰਟਰੀ ਦੀ ਡਿਵੈਲਪਮੈਂਟ ਦੇ ਲਈ ਬਣਾਇਆ। ਐਗਜ਼ਾਮਪਲ ਦੇ ਤੌਰ 'ਤੇ ਕਿ ਜਦੋਂ ਐਜੂਕੇਸ਼ਨ ਦੀ ਗੱਲ ਕੀਤੀ ਜਾਂਦੀ ਸੀ ਤਾਂ ਇੰਡੀਅਨ ਐਜੂਕੇਸ਼ਨ ਦਾ ਬਜਟ ਜਿਹੜਾ ਸੀ ਉਹਨਾਂ ਨੇ ਸਿਰਫ 1 ਲੱਖ ਰੁਪਇਆ ਰੱਖਿਆ ਹੁੰਦਾ ਸੀ। ਉਹ ਕਹਿੰਦੇ ਸੀ ਜਿੰਨੇ ਇੰਡੀਅਨ ਐਜੂਕੇਸ਼ਨ ਨੂੰ ਪੜ੍ਹਾਉਣ ਦੇ ਲਈ ਤੁਹਾਡੇ ਸਕੂਲ ਮਦਰਸੇ ਚੱਲ ਰਹੇ ਆ, ਇਹਨਾਂ ਦੇ ਲਈ ਸਿਰਫ ਅਸੀਂ 1 ਲੱਖ ਰੁਪਇਆ ਦੇਵਾਂਗੇ। ਇਸ ਤੋਂ ਬਿਨਾਂ ਜੋ ਖਰਚਾ ਹੁੰਦਾ ਉਹ ਉੱਥੋਂ ਦਾ ਮਦਰਸਾ, ਉੱਥੋਂ ਦਾ ਸਕੂਲ ਉਹ ਆਪ ਚੱਕੇਗਾ। ਸਾਡੇ ਕੋਲ ਇੰਡੀਅਨ ਐਜੂਕੇਸ਼ਨ ਦੇ ਲਈ ਪੈਸਾ ਨਹੀਂ ਹੈ। ਇਹ ਫੋਰਨ ਗਵਰਨਮੈਂਟ ਦੀਆਂ ਪੋਲਿਸੀਜ਼ ਸੀ। ਬਾਕੀ ਸਾਰਾ ਪੈਸਾ ਉਹ ਆਪਣੀ ਜਿਹੜੀ ਵੈਸਟਰਨ ਐਜੂਕੇਸ਼ਨ ਹੈ ਉਹ ਉਹਦੇ ਲਈ ਰੱਖਦੇ ਸੀ ਕਿ ਉਸ ਦੀ ਡਿਵੈਲਪਮੈਂਟ ਹੀ ਉਹ ਕਹਿੰਦੇ ਸੀ ਕਿ ਨੇਸ਼ਨ ਦੀ ਡਿਵੈਲਪਮੈਂਟ ਹੈ। ਠੀਕ ਹੈ ਜੀ। ਨੈਕਸਟ ਪੁਆਇੰਟ ਹੈ ਆਪਣਾ ਕਿ ਫੋਲੋਇੰਗ ਆਰ ਦਾ ਮੇਨ ਫੀਚਰ ਆਫ ਇਕਨੋਮਿਕ ਇਨਵਾਇਰਮੈਂਟ ਐਟ ਦਾ ਟਾਈਮ ਆਫ ਇੰਡੀਪੈਂਡੈਂਸ। ਐਟ ਦਾ ਟਾਈਮ ਆਫ ਇੰਡੀਪੈਂਡੈਂਸ ਉਦੋਂ ਫਿਰ ਸਾਡਾ ਸਟਰਕਚਰ ਕਿਸ ਤਰ੍ਹਾਂ ਦਾ ਸੀ, ਡੋਮੀਨੇਸ਼ਨ ਆਫ ਐਗਰੀਕਲਚਰ ਸੈਕਟਰ, ਕਿ ਉਦੋਂ ਐਗਰੀਕਲਚਰ ਸੈਕਟਰ ਜਿਹੜਾ ਹੈ ਸਾਡੀ ਇਕੋਨਮੀ ਨੂੰ ਸਭ ਤੋਂ ਵੱਧ ਡੋਮੀਨੇਟ ਕਰ ਰਿਹਾ ਸੀ। ਮਤਲਬ 3/4 ਪੋਪੂਲੇਸ਼ਨ ਜਿਹੜੀ ਹੈ ਉਹ ਐਨਗੇਜਡ ਸੀ ਇਹਦੇ ਅੰਦਰ। 3/4 ਪਬਲਿਕ ਮਤਲਬ 75% ਲੋਕ ਸਿਰਫ ਐਗਰੀਕਲਚਰ ਨੂੰ ਹੀ ਪ੍ਰੈਫਰ ਕਰਦੇ ਸੀ ਔਰ ਉਸ 'ਚ ਹੀ ਲੱਗੇ ਹੋਏ ਸੀ।
ओवर 3/4 पॉपूलेशन वर लिविंग इन रूरल एरिया। और जो ये देखो खेती ਦਾ ਕੰਮ ਕਰਦੇ ਸੀ ਉਹ ਸਾਰੇ ਦੇ ਸਾਰੇ ਫਿਰ ਰੂਰਲ ਏਰੀਆ ਮਤਲਬ ਪਿੰਡਾਂ ਦੇ ਵਿੱਚ ਵਸੇ ਹੋਏ ਸੀ, ਉੱਥੇ ਹੀ ਰਹਿੰਦੇ ਸੀ ਇਹ। ਲੈਕ ਆਫ ਇਨਫਰਾਸਟਰਕਚਰ ਫੈਸਿਲਿਟੀਜ਼, ਕਿਉਂਕਿ ਉਹਨਾਂ ਕੋਲ ਨਾ ਤਾਂ ਜ਼ਿਆਦਾ ਐਜੂਕੇਸ਼ਨ ਸੀ ਨਾ ਜ਼ਿਆਦਾ ਸਮਝ ਸੀ, ਇਸ ਕਰਕੇ ਇਨਫਰਾਸਟਰਕਚਰਲ ਫੈਸਿਲਿਟੀਜ਼ ਜਿਹੜੀਆਂ ਸੀ ਉਹ ਵੀ ਉਹਨਾਂ ਦੇ ਕੋਲ ਨਹੀਂ ਸੀ। ਮਤਲਬ ਕਿ ਲੋਕ ਜ਼ਿਆਦਾ ਖੇਤੀ ਵੀ ਕਰਦੇ ਤਾਂ ਉਹ ਜਿਹੜੇ ਔਜ਼ਾਰ ਜਿਹੜੇ ਕਿ ਸੰਦ ਯੂਜ਼ ਕਰਦੇ ਉਹ ਇਨਫਰਾਸਟਰਕਚਰ ਪੁਰਾਣਾ ਸੀ। ਉਹਨਾਂ ਕੋਲ ਲੇਟੈਸਟ ਟੈਕਨੋਲੋਜੀ ਦੇ ਇਕਵਿਪਮੈਂਟ ਹੀ ਨਹੀਂ ਸੀ ਖੇਤੀ ਕਰਨ ਵਾਲੇ, ਇਸ ਕਰਕੇ ਅਪ ਟੂ ਦਾ ਲੈਵਲ ਖੇਤੀ ਦੇ ਵਿੱਚੋਂ ਵੀ ਜੋ ਪ੍ਰੋਡਕਸ਼ਨ ਹੁੰਦੀ ਉਹ ਵੀ ਜ਼ਿਆਦਾ ਨਹੀਂ ਸੀ ਨਿਕਲਦੀ। ਯੂਜ਼ ਆਫ ਓਲਡ ਐਂਡ ਟਰਡੀਸ਼ਨਲ ਮੈਥਡ ਆਫ ਪ੍ਰੋਡਕਸ਼ਨ ਐਂਡ ਟੈਕਨੋਲੋਜੀ, ਕਿ ਸਾਡੇ ਕੋਲ ਪੁਰਾਣੀ ਟੈਕਨੋਲੋਜੀ ਅਸੀਂ ਉਸੇ ਨੂੰ ਯੂਜ਼ ਕਰ ਰਹੇ ਸੀ, ਨਵੀਂ ਟੈਕਨੋਲੋਜੀ ਸਾਨੂੰ ਪ੍ਰੋਵਾਈਡ ਹੀ ਨਹੀਂ ਸੀ ਕੀਤੀ ਜਾਂਦੀ। ਕਿਉਂ? ਕਿਉਂਕਿ ਸਾਡੇ ਲਈ ਇਹਨਾਂ ਚੀਜ਼ਾਂ ਦੇ ਲਈ ਬਜਟ ਹੀ ਨਹੀਂ ਰੱਖਿਆ ਜਾਂਦਾ ਸੀ। ਲੋ ਲਿਟਰੇਸੀ ਰੇਟ ਡਿਊ ਟੂ ਲੈਕ ਆਫ ਐਜੂਕੇਸ਼ਨਲ ਫੈਸਿਲਿਟੀਜ਼, ਕਿ ਐਜੂਕੇਸ਼ਨਲ ਫੈਸਿਲਿਟੀ ਵੀ ਨਹੀਂ ਸੀ ਜਿਹਦੇ ਕਰਕੇ ਲੋਕ ਇਲਿਟਰੇਟ ਸੀ, ਅਨਪੜ੍ਹ ਸੀਗੇ। ਪੀਪਲਸ ਵਰ ਸਫਰਿੰਗ ਫਰੋਮ ਕਮਿਊਨੀਕੇਬਲ ਡਿਜ਼ੀਜ਼ਸ ਡਿਊ ਟੂ ਲੈਕ ਆਫ ਮੈਡੀਕਲ ਫੈਸਿਲਿਟੀਜ਼, ਕਿ ਮੈਡੀਕਲ ਫੈਸਿਲਿਟੀਜ਼ ਨਾ ਹੋਣ ਕਰਕੇ ਲੋਕ ਜਿਹੜੇ ਹੈ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਸੀ ਕਿ ਜਿਹੜੀਆਂ ਬਿਮਾਰੀਆਂ ਈਜ਼ੀਲੀ ਵਨ ਪਰਸਨ ਟੂ ਅਨਦਰ ਪਰਸਨ ਸ਼ਿਫਟ ਹੋ ਸਕਦੀ ਹੈ, ਜਿਸ ਨੂੰ ਅਸੀਂ ਛੂਤ ਦੀ ਬਿਮਾਰੀ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਹੁਣ ਕਰੋਨਾ ਵਾਇਰਸ ਹੈ, ਉਹ ਕਹਿੰਦੇ ਆ ਕਿ ਪਰਸਨ ਟੂ ਪਰਸਨ ਫੈਲਦਾ। ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਉਹ ਲੋਕ ਸ਼ਿਕਾਰ ਸੀ ਕਿਉਂਕਿ ਉਹਨਾਂ ਦੇ ਕੋਲ ਜ਼ਿਆਦਾ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਨੇ ਨਹੀਂ ਸੀ ਉਹਨਾਂ ਕੋਲ ਅਵੇਲੇਬਲ। ਆਫਟਰ ਦਾ ਇੰਡੀਪੈਂਡੈਂਸ, ਜਦੋਂ ਇੰਡੀਪੈਂਡੈਂਸ ਹੋਈ ਹੈ, ਗਵਰਨਮੈਂਟ ਆਫ ਇੰਡੀਆ ਟੇਕ ਨੈਸੈਸਰੀ ਐਕਸ਼ਨ ਫॉर ਦ ਡਿਵੈਲਪਮੈਂਟ ਆਫ ਇੰਡੀਅਨ ਇਕੋਨਮੀ। ਫਿਰ ਗਵਰਨਮੈਂਟ ਨੇ ਜੋ ਇੰਡੀਅਨ ਗਵਰਨਮੈਂਟ ਸਿਲੈਕਟ ਹੋਈ ਉਸ ਤੋਂ ਬਾਅਦ ਤਾਂ ਉਹਨਾਂ ਨੇ ਇੰਡੀਅਨ ਇਕੋਨਮੀ ਦੀ ਡਿਵੈਲਪਮੈਂਟ ਦੇ ਲਈ ਕੁਝ ਐਕਸ਼ਨ ਲਏ। ਹੁਣ ਇਸ ਤੋਂ ਬਾਅਦ ਕੀ ਹੋਇਆ? ਫॉर द डेवलपमेंट ऑफ इंडियन इकोनॉमी बाय फ्रेमिंग फस्ट इंडस्ट्रीयल पॉलिसी इन 1948। 47 ਚ ਸਾਡੀ ਜਿਹੜੀ ਕੰਟਰੀ ਹੈ ਉਹ ਆਜ਼ਾਦ ਹੋਈ ਤੇ 48 ਦੇ ਵਿੱਚ ਸਾਡੀ ਇੰਡਸਟਰੀਅਲ ਪਾਲਿਸੀ ਬਣ ਕੇ ਤਿਆਰ ਹੋਈ ਐਂਡ ਦੈਨ 1956 ਦੇ ਵਿੱਚ ਦੁਬਾਰਾ ਪਾਲਿਸੀ ਬਣਾਈ ਗਈ। ਗਵਰਨਮੈਂਟ ਹੈਜ਼ ਇੰਟਰੋਡਿਊਸਡ ਸੋਸ਼ਲਿਸਟਿਕ ਇਕਨੋਮਿਕ ਸਟਰਕਚਰ ਫॉर द ਇਕਨੋਮਿਕ ਡਿਵੈਲਪਮੈਂਟ। ਪਹਿਲਾਂ ਕੀ ਸੀ? ਸੋਸ਼ਲਿਸਟਿਕ ਸੀ, ਉਸ ਤੋਂ ਬਾਅਦ ਜਿਹੜਾ ਹੈ ਕੈਪੀਟਲਿਸਟਿਕ ਹੋ ਗਿਆ, ਮਿਕਸ ਹੋ ਗਿਆ। ਠੀਕ ਹੈ ਜੀ। ਤੇ ਨੈਕਸਟ ਪੁਆਇੰਟ ਕੀ ਹੈ? ਮੇਨ ਆਬਜੈਕਟਿਵ ਆਫ ਨਿਊ ਡਿਵੈਲਪਮੈਂਟ ਪਲਾਨ। ਤਾਂ ਫਿਰ ਡਿਵੈਲਪਮੈਂਟ ਪਲਾਨ ਜਿਹੜੇ ਉਸ ਤੋਂ ਬਾਅਦ ਕੀਤੇ ਗਏ ਸਾਡੀ ਆਜ਼ਾਦੀ ਤੋਂ ਬਾਅਦ, ਤਾਂ ਉਹਨਾਂ ਦੇ ਕਿਹੜੇ-ਕਿਹੜੇ ਆਬਜੈਕਟਿਵ ਸੀ, ਕੀ ਉਹਨਾਂ ਦੇ ਫੀਚਰ ਆਏ? ਤਾਂ ਐਸਟੈਬਲਿਸ਼ਮੈਂਟ ਆਫ ਸੋਸ਼ਲ ਜਸਟਿਸ ਐਂਡ ਇਕੁਐਲਿਟੀ, ਕਿ ਲੋਕਾਂ ਦੇ ਅੰਦਰ ਪਹਿਲਾਂ ਜੋ ਸੋਸ਼ਲ ਇਕੁਐਲਿਟੀ ਨਹੀਂ ਸੀ, ਮਾੜੀ ਜਾਤ ਦੇ ਜਿਹੜੇ ਲੋਕ ਸੀ, ਮਤਲਬ ਕਿ ਦੇਸ਼ ਸਾਡਾ ਉਸ ਟਾਈਮ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਹੋਇਆ ਸੀ। ਜੋ ਲੋਅਰ ਕੈਟਾਗਰੀ ਦੇ ਪਰਸਨ ਮੰਨੇ ਜਾਂਦੇ, ਜੋ ਕਿ ਮੰਨ ਲਓ ਕਿ ਕੋਈ ਚਮੜੇ ਦਾ ਕੰਮ ਕਰ ਰਿਹਾ ਤਾਂ ਉਸ ਨੂੰ ਅਲੱਗ ਕੈਟਾਗਰੀ 'ਚ ਰੱਖ ਦਿੱਤਾ ਗਿਆ, ਜਰਨਲ ਕੈਟਾਗਰੀ ਬਣਾ ਦਿੱਤੀ, ਐਸਸੀ ਕੈਟਾਗਰੀ ਬਣਾ ਦਿੱਤੀ। ਤਾਂ ਇਹ ਭੇਦਭਾਵ ਤੋਂ ਜਿਹੜਾ ਹੈ ਲੋਕਾਂ ਨੂੰ ਹੌਲੀ-ਹੌਲੀ ਬਾਹਰ ਕੱਢਿਆ ਗਿਆ। ਸੋਸ਼ਲ ਜਸਟਿਸ ਤੇ ਉਹਨਾਂ ਦੇ ਅੰਦਰ ਇਕੁਐਲਿਟੀ ਲਿਆਂਦੀ ਗਈ ਕਿ ਉਹ ਲੋਕ ਵੀ ਹਰ ਕੋਈ ਬਿਜ਼ਨਸ ਕਰ ਸਕਦੇ ਆ, ਹਰ ਜਗ੍ਹਾ 'ਤੇ ਜਾ ਸਕਦੇ ਆ। ਸੋ ਇਹ ਇਕੁਐਲਿਟੀ ਉਹਨਾਂ ਦੇ ਅੰਦਰ ਲਿਆਂਦੀ ਗਈ। ਨੈਕਸਟ ਹੈ ਰਾਈਜ਼ ਇਨ ਸਟੈਂਡਰਡ ਆਫ ਲਿਵਿੰਗ ਆਫ ਦਾ ਪੀਪਲਸ। ਉਹਨਾਂ ਦਾ ਜੋ ਸਟੈਂਡਰਡ ਲਿਵਿੰਗ ਸਟੈਂਡਰਡ ਹੈ ਉਸ ਨੂੰ ਹਾਈ ਕੀਤਾ ਗਿਆ, ਕਿਉਂਕਿ ਪਹਿਲਾਂ ਉਹਨਾਂ ਲੋਕਾਂ ਨੂੰ ਦਬਾਇਆ ਹੋਇਆ ਸੀ, ਕੁਚਲਿਆ ਹੋਇਆ ਸੀ। ਫਿਰ ਉਹਨਾਂ ਲੋਕਾਂ ਨੂੰ ਕੀ ਹੈ, ਉਸ ਤੋਂ ਬਾਅਦ ਉਹਨਾਂ ਦਾ ਲਿਵਿੰਗ ਸਟੈਂਡਰਡ ਹਾਈ ਕੀਤਾ ਗਿਆ, ਬਾਕੀਆਂ ਦੇ ਬਰਾਬਰ ਲੈ ਕੇ ਆਂਦਾ ਗਿਆ। ਐਕਸਲਰੇਸ਼ਨ ਆਫ ਇੰਡਸਟਰੀਅਲਾਈਜੇਸ਼ਨ, ਤਾਂ ਜ਼ੋਰ ਕਿਸ 'ਤੇ ਦਿੱਤਾ ਗਿਆ? ਇੰਡਸਟਰੀਅਲਾਈਜੇਸ਼ਨ ਦੇ ਉੱਪਰ ਜ਼ੋਰ ਦਿੱਤਾ ਗਿਆ ਕਿ ਲੋਕਾਂ ਨੂੰ ਇਸ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੌਬ ਓਪਰਚੁਨਿਟੀਜ਼ ਵੀ ਮਿਲਣ। ਇਸ ਕਰਕੇ ਸਾਰਾ ਜ਼ੋਰ ਕਿਸ ਚੀਜ਼ ਦੇ ਉੱਪਰ ਦਿੱਤਾ ਗਿਆ? ਇੰਡਸਟਰੀਅਲਾਈਜੇਸ਼ਨ 'ਤੇ। ਰਿਡਿਊਸਿੰਗ ਅਨਇੰਪਲੋਇਮੈਂਟ ਐਂਡ ਪੋਵਰਟੀ। ਹੁਣ ਜਦੋਂ ਇੰਡਸਟਰੀ ਹੀ ਜ਼ਿਆਦਾ ਫੈਲ ਗਈ ਤਾਂ ਉਹਦੇ ਨਾਲ ਸਭ ਤੋਂ ਵੱਡਾ ਬੈਨੀਫਿਟ ਕੀ ਹੋਇਆ ਕਿ ਲੋਕਾਂ ਦੇ ਵਿੱਚ ਅਨਇੰਪਲੋਇਮੈਂਟ ਘਟਣੀ ਸ਼ੁਰੂ ਹੋਈ, ਲੋਕਾਂ ਨੂੰ ਰੁਜ਼ਗਾਰ ਮਿਲ ਗਿਆ। ਫਿਰ ਕੀ ਹੋਇਆ? ਬੈਲੈਂਸਡ ਰੀਜਨਲ ਡਿਵੈਲਪਮੈਂਟ, ਕਿ ਜਿਹੜਾ ਖੇਤਰੀ ਡਿਵੈਲਪਮੈਂਟ ਹੈ ਉਹ ਵੱਧ ਗਿਆ। ਪਿੰਡਾਂ ਦਾ ਵੀ ਵਿਕਾਸ ਹੋਣ ਲੱਗ ਗਿਆ ਇਸ ਦੇ ਨਾਲ। ਪ੍ਰੋਵਾਈਡਿੰਗ ਇੰਪਲੋਇਮੈਂਟ ਓਪਰਚੁਨਿਟੀਜ਼, ਉਹਨਾਂ ਨੂੰ ਵੀ ਓਪਰਚੁਨਿਟੀ ਮਿਲ ਗਈ ਜੌਬ ਕਰਨ ਦੀ, ਇੰਪਲੋਇਮੈਂਟ ਕਰਨ ਦੀ। ਅਡੋਪਸ਼ਨ ਆਫ ਮਿਕਸਡ ਇਕਨੋਮਿਕ ਸਟਰਕਚਰ। ਫਿਰ ਇਸ ਤੋਂ ਬਾਅਦ ਗਵਰਨਮੈਂਟ ਨੇ ਪਹਿਲਾਂ ਸੋਸ਼ਲਿਸਟਿਕ ਲੈ ਕੇ ਆਂਦਾ, ਫਿਰ ਮਿਕਸਡ ਇਕਨੋਮਿਕ ਸਟਰਕਚਰ ਲਿਆਂਦਾ ਕਿ ਪ੍ਰਾਈਵੇਟ ਸੈਕਟਰ ਨੂੰ ਵੀ ਵੈਲਕਮ ਕੀਤਾ ਗਿਆ ਕਿ ਉਹ ਵੀ ਇੰਡਸਟਰੀਅਲਾਈਜੇਸ਼ਨ 'ਚ ਆ ਸਕਦੇ ਆ, ਆਪਣਾ ਬਿਜ਼ਨਸ ਸੈੱਟ ਕਰ ਸਕਦੇ ਆ, ਇਨਵੈਸਟਮੈਂਟ ਕਰ ਸਕਦੇ ਆ।
ਉਸ ਤੋਂ ਬਾਅਦ ਕੀ ਹੋਇਆ, ਗਿਵਿੰਗ ਇੰਪੋਰਟੈਂਸ ਟੂ ਸਮॉल ਸਕੇਲ ਇੰਡਸਟਰੀਜ਼, ਕਿ ਜੋ ਸਮॉल ਸਕੇਲ ਇੰਡਸਟਰੀਜ਼ ਹੈ ਉਸ ਨੂੰ ਵੀ ਇੰਪੋਰਟੈਂਸ ਦਿੱਤੀ ਗਈ, ਉਸ ਦੇ ਲਈ ਅਲੱਗ-ਅਲੱਗ ਰੂਲਸ ਬਣਾਏ ਗਏ, ਉਸ ਦੇ ਲਈ ਅਲੱਗ-ਅਲੱਗ ਓਪਰਚੁਨਿਟੀਜ਼ ਦਿੱਤੀਆਂ ਗਈਆਂ, ਉਹਨਾਂ ਨੂੰ ਫ੍ਰੀ ਇੰਟਰਸਟ 'ਤੇ ਲੋਨ ਦਿੱਤੇ ਗਏ, ਉਹਨਾਂ ਨੂੰ ਟੈਕਸੇਸ਼ਨ ਤੋਂ ਫ੍ਰੀ ਕੀਤਾ ਗਿਆ ਤਾਂ ਜੋ ਲੋਕ ਛੋਟੀਆਂ ਇੰਡਸਟਰੀਜ਼ ਲਗਾ ਕੇ ਆਪਣੇ ਆਪ ਨੂੰ ਡਿਵੈਲਪ ਕਰ ਸਕਣ। ਅਵੋਇਡ ਫੋਰਨ ਕੰਪੀਟੀਸ਼ਨ ਫॉर द ਡੋਮੈਸਟਿਕ ਇੰਡਸਟਰੀਜ਼, ਕਿ ਕੁਝ ਟਾਈਮ ਦੇ ਲਈ ਜੋ ਫੋਰਨ ਇੰਡਸਟਰੀਜ਼ ਨੇ ਉਸ ਨੂੰ ਇੰਡੀਆ 'ਚੋਂ ਬਾਹਰ ਕਰ ਦਿੱਤਾ ਗਿਆ ਤਾਂ ਜੋ ਸਾਡੀ ਜੋ ਡੋਮੈਸਟਿਕ ਇੰਡਸਟਰੀ ਹੈ ਉਸ ਦਾ ਵਿਕਾਸ ਹੋ ਸਕੇ, ਉਹ ਇੰਡਸਟਰੀ ਆਪਣੇ ਆਪ ਨੂੰ ਵਧਾ ਸਕੇ, ਕਿ ਲੋਕਾਂ ਨੂੰ ਖੁਦ ਰੁਜ਼ਗਾਰ ਮਿਲੇ, ਲੋਕ ਖੁਦ ਬਿਜ਼ਨਸ ਕਰਨ, ਅੱਗੇ ਆਉਣ। ਇਨਕਰੀਜ਼ ਇਨ ਫੋਰਨ ਇਨਵੈਸਟਮੈਂਟ, ਤੇ ਜੋ ਫੋਰਨ ਕੰਟਰੀਜ਼ ਨੇ ਉਹਨਾਂ ਨੂੰ ਸਿਰਫ ਇੱਕ ਚੀਜ਼ ਅਲਾਓ ਕੀਤੀ ਗਈ ਕਿ ਉਹ ਸਾਡੀ ਇੰਡਸਟਰੀ ਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਆ, ਤਾਂ ਫੋਰਨ ਇਨਵੈਸਟਮੈਂਟ ਨੂੰ ਅਸੀਂ ਕੀ ਕੀਤਾ, ਵੈਲਕਮ ਕੀਤਾ। ਦ ਇੰਪੈਕਟ ਆਫ ਵੇਰੀਅਸ ਡਿਵੈਲਪਮੈਂਟਲ ਪਲਾਨ, ਜੋ ਡਿਵੈਲਪਮੈਂਟਲ ਪਲਾਨ ਕੀਤੇ ਗਏ ਵਾਜ਼ ਨਾਟ ਸਿਗਨੀਫਿਕੈਂਟ ਸੋ ਆਬਜੈਕਟਿਵ ਕੁਡ ਨਾਟ ਅਚੀਵਡ, ਕਿ ਜੋ ਪਲਾਨ ਬਣਾਏ ਗਏ ਉਹ ਜ਼ਿਆਦਾ ਇਫੈਕਟਿਵ ਨਹੀਂ ਰਹੇ, ਜਿਸ ਕਰਕੇ ਸਾਡੇ ਜੋ ਆਬਜੈਕਟਿਵ ਹੈ ਉਹ ਕੰਪਲੀਟ ਨਹੀਂ ਹੋਏ। ਦੈਟਸ ਵਾਈ RBI ਐਂਡ SBI had to sell and mortgage gold to meet the foreign commitments, ਕਿ ਜੋ ਅਸੀਂ ਬਾਹਰੋਂ ਇਨਵੈਸਟਮੈਂਟ ਲਈ, ਜੋ ਅਸੀਂ ਫੋਰਨ ਕੰਟਰੀਜ਼ ਤੋਂ ਲੋਨ ਲਿਆ, ਵਰਲਡ ਬੈਂਕ ਤੋਂ ਲੋਨ ਲਿਆ, ਇਹ ਸਾਰੀਆਂ ਚੀਜ਼ਾਂ ਸਾਡੀ ਰਿਕੁਆਇਰਮੈਂਟ ਨੂੰ ਪੂਰੀਆਂ ਨਹੀਂ ਕਰ ਪਾਈਆਂ। ਰੀਜ਼ਨ ਕਿ ਜੋ ਅਸੀਂ ਪਲਾਨ ਬਣਾਏ ਡਿਵੈਲਪਮੈਂਟ ਦੇ ਲਈ ਉਹ ਇੰਨੇ ਜ਼ਿਆਦਾ ਇਫੈਕਟਿਵ ਨਹੀਂ ਹੋ ਪਾਏ, ਕਿਉਂਕਿ ਆਜ਼ਾਦੀ ਤੋਂ ਬਾਅਦ ਦਾ ਟਾਈਮ ਸੀ, ਦੰਗੇ ਹੋ ਕੇ ਹਟੇ ਸੀ ਕੰਟਰੀ ਦੇ ਵਿੱਚ, ਬਟਵਾਰਾ ਹੋ ਕੇ ਹਟਿਆ ਸੀ, ਤਾਂ ਇੱਕਦਮ ਇੰਡਸਟਰੀ ਜਿਹੜੀ ਹੈ ਗਰੋ ਨਹੀਂ ਕਰ ਪਾਈ, ਜਿਸ ਕਰਕੇ ਕੀ ਹੋਇਆ ਕਿ ਸਾਡੇ ਪਲਾਨਸ ਜਿਹੜੇ ਆ ਉਹ ਫੇਲ ਹੋਏ, ਅਪ ਟੂ ਦਾ ਮਾਰਕ ਉਹਨਾਂ ਦੀ ਵਰਕਿੰਗ ਨਹੀਂ ਹੋ ਪਾਈ, ਸਾਡੇ ਟਾਰਗੇਟਸ ਅਚੀਵ ਨਹੀਂ ਹੋਏ ਜੋ ਟਾਰਗੇਟ ਲੈ ਕੇ ਅਸੀਂ ਪਲੈਨਿੰਗ ਕੀਤੀ ਸੀ। ਸੋ ਇਸ ਕਰਕੇ ਕੀ ਹੋਇਆ, RBI ਤੇ SBI ਨੂੰ ਆਪਣਾ ਜੋ ਗੋਲਡ ਹੈ ਕਾਫੀ ਹੱਦ ਤੱਕ ਸੀ ਉਸ ਨੂੰ ਮੋਰਟਗੇਜ ਗਿਰਵੀ ਰੱਖਣਾ ਪਿਆ, ਤਾਂ ਜੋ ਸਾਡੀਆਂ ਜਿਹੜੀਆਂ ਫੋਰਨ ਕਮਿਟਮੈਂਟ ਸੀ, ਅਸੀਂ ਜੋ ਪੈਸੇ ਲਏ ਸੀ ਉਹ ਸਾਨੂੰ ਚੁਕਾਉਣੇ ਪਏ। ਸੋ ਇਹ ਸਾਡੀ ਇਕਨੋਮਿਕ ਪੋਲਿਸੀ ਸੀ ਇੰਡੀਪੈਂਡੈਂਸ ਤੋਂ ਪਹਿਲਾਂ, ਇੰਡੀਪੈਂਡੈਂਸ ਦੇ ਟਾਈਮ 'ਤੇ ਔਰ ਇੰਡੀਪੈਂਡੈਂਸ ਤੋਂ ਬਾਅਦ। ਠੀਕ ਹੈ ਜੀ, ਕਾਫੀ ਇੰਪੋਰਟੈਂਟ ਟੌਪਿਕ ਹੈ, ਹੋਪਫੁਲੀ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਥੈਂਕਸ ਫॉर watching the video. Keep supporting, subscribe and share the channel for the next update. Thank you ji.